ਪ੍ਰੂਰਵਸ ਤੇ ਉਰਵਸ਼ੀ ਇਹ ਨਾਟਕ ਵੀ ਮਹਾਕਵੀ ਕਾਲੀਦਾਸ ਦਾ ਲਿਖਿਆ ਹੋਇਆ ਹੈ, ਜਿਸ ਦਾ ਹਾਲ ਤੁਸੀਂ ਸ਼ਕੁੰਤਲਾ ਦੇ ਨਾਟਕ ਦੇ ਸੰਬੰਧ ਵਿੱਚ ਪੜ੍ਹਿਆ। ਪੁਰਾਤਨ ਸਮੇਂ ਦੀ ਗੱਲ ਹੈ ਕਿ ਅਪਸਰਾ ਉਰਵਸ਼ੀ ਪ੍ਰਤਿਸ਼ਠਾਵਾਨ ਦੇ ਰਾਜਾ ਪ੍ਰੂਰਵਸ ਨਾਲ ਬੜਾ ਪ੍ਰੇਮ ਕਰਦੀ ਸੀ। ਉਰਵਸ਼ੀ ਭਾਵੇਂ ਅਪਸਰਾ ਸੀ, ਪਰ ਉਹਨੂੰ ਬਣਾਇਆ ਇੱਕ ਮਨੁੱਖ ਨੇ ਹੀ ਸੀ। ਗੱਲ ਇਸ ਤਰ੍ਹਾਂ ਹੋਈ ਸੀ ਕਿ ਇੱਕ ਵਾਰ ਦੋ ਸੰਤ ਮਹਾਤਮਾ ਨਰ ਅਤੇ ਨਾਰਾਇਣ ਨੇ ਘੋਰ ਤਪੱਸਿਆ ਕਰਕੇ ਬੜੀ ਪ੍ਰਾਪਤੀ ਕਰ ਲਈ। ਇੰਦਰ ਦੇਵਤਾ ਨੇ ਉਹਨਾਂ ਦੇ ਤਪ ਵਿੱਚ ਵਿਘਨ ਪਾਉਣ ਲਈ ਦੋ ਦੇਵਤੇ ਕਾਮ ਅਤੇ ਵਸੰਤ ਇਹਨਾਂ ਪਾਸ ਭੇਜੇ, ਪਰ ਮਹਾਤਮਾ ਜਾਣੀ ਜਾਣ ਸਨ। ਥੋੜੇ ਕਿਤਿਆਂ ਉਹ ਇੰਦਰ ਦੇ ਝਾਂਸੇ ਵਿੱਚ ਫਸਣ ਵਾਲੇ ਨਹੀਂ ਸਨ। ਸੋ ਜਦੋਂ ਕਾਮ ਅਤੇ ਵਸੰਤ ਨਾਰਾਇਣ ਦੇ ਕੋਲ ਆਏ, ਉਹ ਉਹਨਾਂ ਦਾ ਭਾਵ ਤਾੜ ਗਿਆ। ਉਹਨੇ ਉਹਨਾਂ ਦੋਹਾਂ ਨੂੰ ਵੇਖਦਿਆਂ ਵੇਖਦਿਆਂ ਹੀ ਇੱਕ ਡੰਡੀ ਵਾਲਾ ਫੁੱਲ ਲਿਆ ਕੇ ਆਪਣੇ ਪੱਟ ਤੇ ਰੱਖ ਦਿੱਤਾ। ਉਸ ਫੁੱਲ ਦੀ ਝੱਟ ਹੀ ਇੱਕ ਅਪਸਰਾ ਬਣ ਗਈ, ਜਿਹੜੀ ਇੰਦਰ ਦੇ ਦਰਬਾਰ ਦੀਆਂ ਸਭ ਅਪਸਰਾਵਾਂ ਤੋਂ ਕਿਧਰੇ ਵੱਧ ਸੋਹਣੀ ਸੀ। ਮਹਾਤਮਾ ਨਾਰਾਇਣ ਨੇ ਉਸ ਅਪਸਰਾ ਦਾ ਨਾਂ ਉਰਵਸ਼ੀ ਰੱਖਿਆ ਤੇ ਉਹਨਾਂ ਦੋਹਾਂ ਦੇਵਤਿਆਂ ਨੂੰ ਆਖਿਆ, ਇਹਨੂੰ ਆਪਣੇ ਨਾਲ ਇੰਦਰ ਦੇ ਅਖਾੜੇ ਵਿੱਚ ਲੈ ਜਾਓ। ਉਹਨੂੰ ਦੱਸ ਦਿਓ ਕਿ ਮਹਾਤਮਾ ਤਾਂ ਆਪ ਹੀ ਸੋਹਣੀ ਤੋਂ ਸੋਹਣੀ ਅਪਸਰਾ ਕੱਢ ਸਕਦੇ ਹਨ, ਉਹ ਇੰਦਰ ਦੇ ਫਰੇਬ ਵਿੱਚ ਆਉਣ ਵਾਲੇ ਨਹੀਂ। ਉਰਵਸ਼ੀ ਕਾਮ ਦੇਵਤਾ ਅਤੇ ਵਸੰਤ ਦੇਵਤਾ ਦੇ ਨਾਲ ਇੰਦਰ ਦੇ ਦਰਬਾਰ ਅਮਰਾਵਤੀ ਨੂੰ ਗਈ। ਇੰਦਰ ਨੇ ਉਹਨੂੰ ਅਮਰ ਬਣਾ ਦਿੱਤਾ। ਇੱਕ ਦਿਨ ਜਦੋਂ ਉਰਵਸ਼ੀ ਅਮਰਾਵਤੀ ਦੀਆਂ ਤਿੰਨ ਹੋਰ ਪਰੀਆਂ ਰੰਭਾ, ਮੇਨਕਾ ਤੇ ਚਿੱਤਰਲੇਖਾ ਨਾਲ ਟਹਿਲ ਰਹੀ ਸੀ, ਤਾਂ ਹਿਰਨਪੁਰ ਦਾ ਦੈਂਤ ਕੇਸ਼ੀ ਜ਼ਬਰਦਸਤੀ ਸਾਰਿਆਂ ਤੋਂ ਸੋਹਣੀ ਅਪਸਰਾ ਉਰਵਸ਼ੀ ਨੂੰ ਚੁੱਕ ਕੇ ਲੈ ਗਿਆ। ਦੂਜੀਆਂ ਅਪਸਰਾਵਾਂ ਨੇ ਉੱਚੀ ਉੱਚੀ ਰੌਲਾ ਪਾਇਆ। ਖੁਸ਼ਕਿਸਮਤੀ ਨਾਲ ਉਸੇ ਵੇਲੇ ਕੋਲੋਂ ਦੀ ਰਾਜਾ ਪ੍ਰੂਰਵਸ ਆਪਣੇ ਰੱਥ ਵਿੱਚ ਸਵਾਰੀ ਕਰਦਾ ਉੱਥੋਂ ਲੰਘ ਰਿਹਾ ਸੀ। ਰਾਜੇ ਨੇ ਰੌਲਾ ਸੁਣ ਕੇ ਉਹਨਾਂ ਕੋਲੋਂ ਇਸ ਦਾ ਕਾਰਨ ਪੁੱਛਿਆ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸਹੇਲੀ ਉਰਵਸ਼ੀ ਨੂੰ ਦੈਂਤ ਕੇਸ਼ੀ ਜ਼ਬਰਦਸਤੀ ਚੁੱਕ ਕੇ ਲੈ ਜਾ ਰਿਹਾ ਹੈ। ਇਸ ਤੇ ਰਾਜਾ ਪ੍ਰੂਰਵਸ ਨੂੰ ਬੜਾ ਗੁੱਸਾ ਚੜਿਆ। ਉਹਨੇ ਇੱਕਦਮ ਆਪਣੇ ਰੱਥ ਨੂੰ ਕੇਸ਼ੀ ਦੇ ਪਿੱਛੇ ਤੇਜ਼ੀ ਨਾਲ ਭਜਾਇਆ ਤੇ ਥੋੜੇ ਹੀ ਚਿਰ ਵਿੱਚ ਉਹਨੂੰ ਜਾ ਘੇਰਿਆ ਤੇ ਐਸਾ ਤੀਰ ਟਿਕਾ ਕੇ ਮਾਰਿਆ ਕਿ ਕੇਸ਼ੀ ਸਿਰ ਪਰਨੇ ਥੱਲੇ ਜਾ ਪਿਆ। ਬੇਹੋਸ਼ ਹੋਈ ਉਰਵਸ਼ੀ ਨੂੰ ਛੇਤੀ ਨਾਲ ਚੁੱਕ ਕੇ ਵਾਪਸ ਉੱਥੇ ਲੈ ਆਇਆ ਜਿੱਥੇ ਰੰਭਾ, ਮੇਨਕਾ ਤੇ ਚਿੱਤਰਲੇਖਾ ਨੂੰ ਉਡੀਕ ਰਹੀਆਂ ਸਨ। ਜਦੋਂ ਉਰਵਸ਼ੀ ਨੇ ਅੱਖਾਂ ਖੋਲ੍ਹੀਆਂ ਤਾਂ ਉਹਨੂੰ ਪਤਾ ਲੱਗਾ ਕਿ ਰਾਜਾ ਪ੍ਰੂਰਵਸ ਨੇ ਉਹਨੂੰ ਦੈਂਤ ਦੇ ਪੰਜੇ ਵਿੱਚੋਂ ਛੁਡਾ ਲਿਆ ਹੈ। ਉਰਵਸ਼ੀ ਨੇ ਪ੍ਰੂਰਵਸ ਨਾਲ ਵੱਲ ਦੇਖਿਆ। ਜਦ ਉਹਨੇ ਰਾਜੇ ਦਾ ਲੰਮਾ ਉੱਚਾ ਕੱਦ ਤੇ ਚਿਹਰੇ ਦੀ ਚਮਕ ਵੇਖੀ ਤਾਂ ਉਹਦੇ ਵੱਲ ਖਿੱਚੀ ਗਈ। ਉਰਵਸ਼ੀ ਉਹਦਾ ਧੰਨਵਾਦ ਕਰਨ ਨਾਲ ਹੀ ਲੱਗੀ ਹੀ ਸੀ ਕਿ ਅਚਾਨਕ ਉਹਨੂੰ ਬਹੁਤ ਸਾਰੇ ਰੱਥਾਂ ਦੇ ਪਹੀਆਂ ਦੀ ਆਵਾਜ਼ ਸੁਣਾਈ ਦਿੱਤੀ। ਇੰਦਰ ਨੂੰ ਜਦੋਂ ਉਰਵਸ਼ੀ ਦੇ ਪਕੜੇ ਜਾਣ ਦਾ ਪਤਾ ਲੱਗਾ ਤਾਂ ਉਹਨੇ ਉਸੇ ਵੇਲੇ ਆਪਣੇ ਦਰਬਾਰ ਤੇ ਗੰਧਰਵਾਂ ਨੂੰ ਉਹਨਾਂ ਦੇ ਰਾਜਾ ਚਿੱਤਰਰਥ ਦੀ ਕਮਾਨ ਹੇਠ ਉਰਵਸ਼ੀ ਨੂੰ ਰਿਹਾ ਕਰਾਉਣ ਲਈ ਹੁਕਮ ਦਿੱਤਾ ਸੀ। ਰਾਹ ਵਿੱਚ ਚਿੱਤਰਰਥ ਨੂੰ ਪਤਾ ਲੱਗਿਆ ਕਿ ਰਾਜਾ ਪ੍ਰੂਰਵਸ ਉਰਵਸ਼ੀ ਨੂੰ ਵਿਆਹ ਕਰਵਾ ਚੁੱਕਾ ਹੈ। ਉਹ ਸਿੱਧਾ ਹੇਮਕੁੰਟ ਪਹੁੰਚਿਆ, ਜਿੱਥੇ ਰਾਜਾ ਪ੍ਰੂਰਵਸ ਅਤੇ ਅਪਸਰਾਵਾਂ ਉਸ ਵੇਲੇ ਸਨ, ਤਾਂ ਜੋ ਰਾਜਾ ਪ੍ਰੂਰਵਸ ਦਾ ਧੰਨਵਾਦ ਕਰੇ ਤੇ ਉਰਵਸ਼ੀ ਨੂੰ ਵਾਪਸ ਅਮਰਾਵਤੀ ਲੈ ਜਾਏ। ਚਿੱਤਰਰਥ ਨੇ ਰਾਜਾ ਪ੍ਰੂਰਵਸ ਨੂੰ ਆਖਿਆ, ਮੈਂ ਦੇਵਤਾ ਇੰਦਰ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ। ਇੰਦਰ ਸਦਾ ਲਈ ਤੁਹਾਡੀ ਮਿੱਤਰਤਾ ਦੀ ਕਦਰ ਕਰਨਗੇ। ਰਾਜਾ ਪ੍ਰੂਰਵਸ ਨੇ ਉੱਤਰ ਦਿੱਤਾ, ਮਹਾਰਾਜ, ਤੁਸੀਂ ਮੇਰੇ ਇਸ ਤੁੱਛ ਜਿਹੇ ਕੰਮ ਨੂੰ ਬਹੁਤ ਹੀ ਵਡਿਆਉਂਦੇ ਪਏ ਹੋ। ਜੇ ਮੈਂ ਦੇਵਤਿਆਂ ਵੱਲੋਂ ਕੇਸ਼ੀ ਦੇ ਵਿਰੁੱਧ ਨਾ ਲੜ ਰਿਹਾ ਹੁੰਦਾ ਤਾਂ ਉਹਨੂੰ ਮੈਂ ਕਿੱਥੇ ਕਾਬੂ ਕਰ ਸਕਦਾ ਸਾਂ। ਇਹ ਸਭ ਇੰਦਰ ਦੇਵਤੇ ਦਾ ਹੀ ਪ੍ਰਤਾਪ ਹੈ। ਰਾਜਾ ਚਿੱਤਰਰਥ ਨੇ ਮੁਸਕਰਾਉਂਦਿਆਂ ਉੱਤਰ ਦਿੱਤਾ, ਨਿਮਰਤਾ ਤੁਹਾਡਾ ਵੱਡਾ ਗੁਣ ਹੈ ਤੇ ਤੁਹਾਨੂੰ ਸੋਭਾ ਦਿੰਦਾ ਹੈ। ਮੈਂ ਉਰਵਸ਼ੀ ਨੂੰ ਵਾਪਸ ਲੈ ਜਾਂਦਾ ਹਾਂ। ਉਰਵਸ਼ੀ ਦਾ ਦਿਲ ਉੱਥੇ ਹੀ ਰਹਿਣ ਨੂੰ ਕਰਦਾ ਸੀ, ਪਰ ਉਹ ਮਜਬੂਰ ਸੀ। ਉਸਨੇ ਰਾਜਾ ਚਿੱਤਰਰਥ ਨੂੰ ਕਿਹਾ ਕਿ ਉਹ ਰਾਜਾ ਪ੍ਰੂਰਵਸ ਦਾ ਧੰਨਵਾਦ ਕਰੇ, ਕਿਉਂਕਿ ਇੰਜ ਕਰਨ ਨੂੰ ਪ੍ਰੂਰਵਸ ਪਾਸ ਹੋਰ ਠਹਿਰਨ ਦਾ ਮੌਕਾ ਮਿਲ ਸਕਦਾ ਸੀ। ਜਦੋਂ ਉਰਵਸ਼ੀ ਜਾਣ ਲੱਗੀ ਤਾਂ ਉਹਨੇ ਜਾਣ ਕੇ ਆਪਣੀ ਸਾੜੀ ਨੂੰ ਝਾੜੀ ਵਿੱਚ ਅੜਾ ਲਿਆ ਤੇ ਜਦੋਂ ਚਿੱਤਰਰਥ ਸਾੜੀ ਨੂੰ ਛੁਡਾਉਣ ਲੱਗਾ ਤਾਂ ਉਰਵਸ਼ੀ ਨੇ ਪ੍ਰੂਰਵਸ ਵੱਲ ਬੜੀਆਂ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਿਆ। ਉਦੋਂ ਪ੍ਰੂਰਵਸ ਦਾ ਦਿਲ ਵੀ ਪਿਆਰ ਨਾਲ ਉਛਾਲੇ ਖਾਣ ਲੱਗਾ। ਉਹ ਉਰਵਸ਼ੀ ਨੂੰ ਆਪਣੇ ਮਨ ਦੇ ਭਾਵ ਦੱਸਣ ਵਾਲਾ ਹੀ ਸੀ ਕਿ ਚਿੱਤਰਰਥ ਦੇ ਰਥਵਾਨ ਨੇ ਉਰਵਸ਼ੀ ਨੂੰ ਰੱਥ ਵਿੱਚ ਬਿਠਾ ਲਿਆ ਤੇ ਹਰ ਰੱਥ ਆਕਾਸ਼ ਵਿੱਚ ਉੱਡਣ ਲੱਗ ਪਿਆ। ਰਾਜਾ ਪ੍ਰੂਰਵਸ ਨੀਝ ਲਾ ਕੇ ਰੱਥ ਨੂੰ ਉੱਚਾ ਉੱਡਦਿਆਂ ਵੇਖਦਾ ਰਿਹਾ ਤੇ ਬੜਾ ਉਦਾਸ ਹੋ ਗਿਆ। ਪਰ ਉਰਵਸ਼ੀ ਭਾਵੇਂ ਇੰਦਰ ਦੀ ਹੀ ਬੜੀ ਹੀ ਸੁੰਦਰ ਨਗਰੀ ਅਮਰਾਵਤੀ ਵਿੱਚ ਪਹੁੰਚ ਗਈ ਸੀ, ਫਿਰ ਵੀ ਉਹ ਰਾਜਾ ਪ੍ਰੂਰਵਸ ਨੂੰ ਨਾ ਭੁੱਲ ਸਕੀ। ਇੱਕ ਦਿਨ ਉਹਨੇ ਇਰਾਦਾ ਕੀਤਾ ਕਿ ਉਹ ਵਾਪਸ ਪ੍ਰਿਥਵੀ ਤੇ ਜਾ ਕੇ ਇਹ ਪਤਾ ਕਰੇ ਕਿ ਪ੍ਰੂਰਵਸ ਵੀ ਉਹਨੂੰ ਇਸੇ ਤਰ੍ਹਾਂ ਯਾਦ ਕਰਦਾ ਹੈ ਜਿਵੇਂ ਉਹ ਪ੍ਰੂਰਵਸ ਨੂੰ ਯਾਦ ਕਰਦੀ ਹੈ। ਇਸ ਗੱਲ ਦਾ ਭੇਤ ਉਹਨੇ ਸਿਰਫ ਚਿੱਤਰਲੇਖਾ ਨੂੰ ਦਿੱਤਾ ਤੇ ਦੋਵੇਂ ਅਪਸਰਾਵਾਂ ਅਮਰਾਵਤੀ ਤੋਂ ਪ੍ਰਤਿਸ਼ਠਾਨ ਦੇ ਸ਼ਾਹੀ ਬਾਗ ਵਿੱਚ ਜਾ ਉਤਰੀਆਂ। ਉਹਨਾਂ ਨੇ ਵੇਖਿਆ ਕਿ ਰਾਜਾ ਪ੍ਰੂਰਵਸ ਬੜਾ ਉਦਾਸ ਹੈ। ਉਹ ਆਪਣੇ ਬਾਗ ਵਿੱਚ ਟਹਿਲਦਾ ਹੋਇਆ ਆਪਣੇ ਮਿੱਤਰ ਮਾਨਨ ਅੱਗੇ ਉਰਵਸ਼ੀ ਦੀ ਸੁੰਦਰਤਾ ਦੀ ਉਪਮਾ ਕਰ ਰਿਹਾ ਹੈ ਤੇ ਇਹ ਵੀ ਆਖ ਰਿਹਾ ਹੈ ਕਿ ਭੈੜੀ ਤਕਦੀਰ ਨੇ ਉਹਨੂੰ ਇੱਕ ਸਵਰਗ ਦੀ ਅਪਸਰਾ ਦੇ ਪਿਆਰ ਵਿੱਚ ਫਸਾ ਦਿੱਤਾ ਹੈ। ਕਿੰਨਾ ਚੰਗਾ ਹੁੰਦਾ, ਉਹ ਆਖ ਰਿਹਾ ਸੀ, ਕਿ ਜੇ ਪ੍ਰਿਥਵੀ ਦੀ ਹੀ ਕਿਸੇ ਸੁੰਦਰੀ ਨਾਲ ਮੇਰਾ ਪਿਆਰ ਪੈਂਦਾ। ਉਰਵਸ਼ੀ ਅਤੇ ਚਿੱਤਰਲੇਖਾ ਇਹ ਸਾਰੀ ਗੱਲਬਾਤ ਲੁਕ ਕੇ ਸੁਣ ਰਹੀਆਂ ਸਨ। ਉਰਵਸ਼ੀ ਨੇ ਆਪਣੀ ਸਹੇਲੀ ਨੂੰ ਆਖਿਆ, ਮੈਥੋਂ ਇਹ ਨਹੀਂ ਸਹਾਰਿਆ ਜਾਂਦਾ ਕਿ ਰਾਜਾ ਇਹ ਸਮਝੇ ਕਿ ਮੈਂ ਇਤਨੀ ਕਠੋਰ ਚਿੱਤ ਤੇ ਅਕਿਰਤਕਨ ਹੈ। ਮੈਂ ਹੁਣੇ ਇੱਕ ਦਿਨ ਚਿੱਠੀ ਲਿਖਦੀ ਹਾਂ
कि मैं भी ਉਹਦੇ ਨਾਲ ਉਨਾ ਹੀ ਪਿਆਰ ਕਰਦੀ ਹਾਂ ਜਿੰਨਾ ਉਹ ਮੇਰੇ ਨਾਲ ਕਰਦਾ ਹੈ। ਇਹ ਕਹਿ ਕੇ ਉਹਨੇ ਪੱਤੇ ਤੇ ਇੱਕ ਚਿੱਠੀ ਲਿਖੀ ਤੇ ਉਹ ਪੱਤਾ ਮਾਨਵਕ ਦੇ ਪੈਰਾਂ ਕੋਲ ਸੁੱਟ ਦਿੱਤਾ। ਉਹਨੇ ਪੱਤੇ ਨੇ ਚੁੱਕ ਕੇ ਪੜ੍ਹਿਆ ਤੇ ਕਹਿਣ ਲੱਗਾ, ਮਹਾਰਾਜ ਤੁਹਾਡਾ ਪਿਆਰ ਐਵੇਂ ਨਹੀਂ ਜੇ, ਇਹ ਦੇਖੋ ਇਸ ਪੱਤੇ ਦੀ ਲਿਖਤ ਨੂੰ ਪੜ੍ਹੋ, ਉਰਵਸ਼ੀ ਨੇ ਜ਼ਰੂਰ ਤੁਹਾਡੇ ਦਿਲ ਦੀ ਪੁਕਾਰ ਨੂੰ ਸੁਣ ਲਿਆ ਹੈ। ਇਹ ਉਹਨੇ ਤੁਹਾਨੂੰ ਹੌਸਲਾ ਦੇਣ ਲਈ ਲਿਖ ਕੇ ਭੇਜਿਆ ਲੱਗਦਾ ਹੈ। ਪੁਰੂਰਵਸ ਨੇ ਉਹ ਪੱਤਾ ਥੱਲਿਓਂ ਚੁੱਕਿਆ ਤੇ ਪੜ੍ਹਿਆ। ਉਹ ਕਹਿਣ ਲੱਗਾ, ਹਾਂ ਸੱਚਮੁੱਚ ਇਹ ਬੜਾ ਹੀ ਪਿਆਰ ਭਰਿਆ ਸੁਨੇਹਾ ਹੈ। ਇਸ ਨਾਲ ਮੇਰਾ ਦੁੱਖ ਘਟ ਗਿਆ ਹੈ, ਪਰ ਕਿੰਨਾ ਚੰਗਾ ਹੋਵੇ ਜੇ ਸੁੰਦਰੀ ਮੇਰੇ ਸਾਹਮਣੇ ਆ ਖੜੋਵੇ ਤੇ ਆਪਣੇ ਮੂੰਹੋਂ ਇਹ ਸਾਰਾ ਸੁਨੇਹਾ ਪੜ੍ਹ ਕੇ ਸੁਣਾਵੇ। ਉਰਵਸ਼ੀ ਦੇ ਕਹਿਣ ਤੇ ਚਿੱਤਰਲੇਖਾ ਰਾਜਾ ਪੁਰੂਰਵਸ ਦੇ ਸਾਹਮਣੇ ਆ ਖੜੋਤੀ। ਰਾਜਾ ਨੇ ਬੜੀ ਨਿਮਰਤਾ ਨਾਲ ਕਿਹਾ, ਸੁੰਦਰੀ ਤੁਹਾਨੂੰ ਮਿਲ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ, ਪਰ ਕਿਤਨਾ ਚੰਗਾ ਹੁੰਦਾ ਜੇ ਉਰਵਸ਼ੀ ਵੀ ਤੁਹਾਡੇ ਨਾਲ ਆ ਜਾਂਦੀ। ਗੰਗਾ ਤੇ ਜਮਨਾ ਬੜੀਆਂ ਸੁੰਦਰ ਨਦੀਆਂ ਨੇ, ਪਰ ਉਹ ਹੋਰ ਵੀ ਸੋਹਣੀਆਂ ਲੱਗਦੀਆਂ ਨੇ ਜਦ ਇਕੱਠੀਆਂ ਹੋਣ। ਚਿੱਤਰਲੇਖਾ ਨੇ ਮੁਸਕਰਾ ਕੇ ਉੱਤਰ ਦਿੱਤਾ, ਮਹਾਰਾਜ ਤੁਸੀਂ ਬੜੀ ਛੇਤੀ ਨਿਰਾਸ਼ ਹੋ ਜਾਂਦੇ ਹੋ। ਅਸਲ ਵਿੱਚ ਮੈਂ ਬੱਦਲ ਹਾਂ ਤੇ ਉਰਵਸ਼ੀ ਬਿਜਲੀ ਹੈ, ਇਸ ਲਈ ਜ਼ਰੂਰੀ ਹੈ ਕਿ ਮੈਂ ਅੱਗੇ ਹੋਵਾਂ। ਮੈਂ ਉਸ ਦਾ ਸੁਨੇਹਾ ਤੁਹਾਡੇ ਪਾਸ ਲਿਆਈ ਹਾਂ। ਇਸ ਵਾਰ ਤੁਸੀਂ ਉਸ ਨੂੰ ਕੇਸ਼ੀ ਦੇ ਪੰਜੇ ਵਿੱਚੋਂ ਛੁਡਾਇਆ ਸੀ, ਹੁਣ ਉਹ ਚਾਹੁੰਦੀ ਹੈ ਕਿ ਤੁਸੀਂ ਉਸ ਨੂੰ ਕਾਮ ਦੇਵਤਾ ਦੇ ਬਾਨਾਂ ਤੋਂ ਵੀ ਬਚਾਓ। ਰਾਜੇ ਨੇ ਉੱਤਰ ਦਿੱਤਾ, ਅਫਸੋਸ ਜਿਹੜਾ ਆਪ ਕੈਦੀ ਹੋਵੇ ਉਹ ਦੂਜੇ ਕੈਦੀ ਦੀ ਕੀ ਮਦਦ ਕਰ ਸਕਦਾ ਹੈ। ਮੈਂ ਆਪ ਵੀ ਉਸੇ ਤਰ੍ਹਾਂ ਸ਼ਿਕਾਰ ਦਾ ਬਣਿਆ ਹੋਇਆ ਹਾਂ ਜਿਹੜਾ ਉਰਵਸ਼ੀ ਨੂੰ ਸਤਾਉਂਦਾ ਹੈ। ਇੱਕ ਵਾਰ ਜੇ ਉਹ ਮੇਰਾ ਦਿਲ ਵੇਖ ਸਕੇ ਤਾਂ ਉਹਨੂੰ ਪਤਾ ਲੱਗ ਜਾਏਗਾ ਕਿ ਇਸ ਵਿੱਚ ਕਿੰਨੇ ਤਰੰਗ ਉੱਠ ਰਹੇ ਹਨ। ਚਿੱਤਰਲੇਖਾ ਨੇ ਕਿਹਾ, ਜੇ ਇਹ ਗੱਲ ਹੈ ਤਾਂ ਉਰਵਸ਼ੀ ਜ਼ਰੂਰ ਹੁਣੇ ਤੁਹਾਡੇ ਸਾਹਮਣੇ ਆਏਗੀ। ਉਰਵਸ਼ੀ ਆ, ਮਹਾਰਾਜ ਵੀ ਉਸੇ ਬਿਮਾਰੀ ਵਿੱਚ ਫਸੇ ਪਏ ਨੇ ਜਿਸ ਵਿੱਚ ਤੂੰ ਹੈ। ਇਹ ਕਹਿਣ ਦੀ ਢਿੱਲ ਸੀ ਕਿ ਉਰਵਸ਼ੀ ਰਾਜੇ ਦੇ ਸਾਹਮਣੇ ਆ ਖੜੋਤੀ ਤੇ ਕਹਿਣ ਲੱਗੀ, ਮਹਾਰਾਜ ਪ੍ਰਣਾਮ। ਪੁਰੂਰਵਸ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ ਤੇ ਉਹਨੇ ਉਰਵਸ਼ੀ ਨੂੰ ਪ੍ਰਣਾਮ ਦਾ ਉੱਤਰ ਦਿੱਤਾ। ਉਹਨੂੰ ਹੱਥੋਂ ਫੜ ਕੇ ਉਹ ਦੋਵੇਂ ਇੱਕ ਥਾਂ ਤੇ ਬੈਠਣ ਹੀ ਲੱਗੇ ਸਨ ਕਿ ਇੰਦਰ ਦਾ ਇੱਕ ਦੂਤ ਅਮਰਾਵਤੀ ਤੋਂ ਆ ਉਤਰਿਆ ਤੇ ਕਹਿਣ ਲੱਗਾ, ਉਰਵਸ਼ੀ ਜਲਦੀ ਕਰ, ਅਸੀਂ ਹੁਣੇ ਵਾਪਸ ਅਮਰਾਵਤੀ ਵੱਲ ਜਾਣਾ ਹੈ। ਇੰਦਰ ਨੇ ਹੁਕਮ ਦਿੱਤਾ ਹੈ ਕਿ ਤੂੰ ਭਾਰਤ ਦੇ ਇੱਕ ਨਾਟਕ ਵਿੱਚ ਹਿੱਸਾ ਲੈ। ਤੂੰ ਕਿੱਦਾਂ ਇੱਥੇ ਬੈਠੀ ਆਪਣਾ ਵਕਤ ਗਵਾ ਰਹੀ ਹੈ, ਇੱਕਦਮ ਵਾਪਸ ਆ, ਨਹੀਂ ਤੇ ਇੰਦਰ ਬੜੇ ਸਖਤ ਨਾਰਾਜ਼ ਹੋਣਗੇ। ਚਿੱਤਰਲੇਖਾ ਬੋਲੀ, ਫਿਰ ਤਾਂ ਸਾਨੂੰ ਜ਼ਰੂਰ ਚਲੇ ਜਾਣਾ ਚਾਹੀਦਾ ਹੈ। ਮਹਾਰਾਜ ਤੁਸੀਂ ਇਹ ਤਾਂ ਨਹੀਂ ਚਾਹੁੰਦੇ ਕਿ ਇੰਦਰ ਨੂੰ ਗੁੱਸੇ ਕਰ ਦਈਏ। ਪੁਰੂਰਵਸ ਨੇ ਉੱਤਰ ਦਿੱਤਾ, ਨਹੀਂ ਬਿਲਕੁਲ ਨਹੀਂ, ਮੇਰੇ ਦਿਲ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਭੈੜਾ ਖਿਆਲ ਨਹੀਂ ਆ ਸਕਦਾ। ਤੁਸੀਂ ਜਾਓ, ਪਰ ਮੈਨੂੰ ਜ਼ਰੂਰ ਯਾਦ ਰੱਖਿਓ। ਉਹ ਦੋਵੇਂ ਅਪਸਰਾਂ ਇੰਦਰ ਦੇ ਕੱਲੇ ਹੋਏ ਦੂਤ ਦੇ ਰੱਥ ਵਿੱਚ ਬੈਠ ਗਈਆਂ ਤੇ ਛੇਤੀ ਹੀ ਉਹ ਅੱਖਾਂ ਤੋਂ ਓਹਲੇ ਹੋ ਗਈਆਂ। ਇੱਕ ਵਾਰ ਫਿਰ ਰਾਜਾ ਪੁਰੂਰਵਸ ਬੇਬਸ ਖੜਾ ਉਹਨਾਂ ਨੂੰ ਦੂਰ ਨਜ਼ਰੋਂ ਅਲੋਪ ਹੁੰਦੇ ਵੇਖਦਾ ਰਿਹਾ। ਉਰਵਸ਼ੀ ਭਾਵੇਂ ਸਵਰਗ ਨੂੰ ਮੁੜ ਆਈ ਸੀ, ਪਰ ਉਹ ਰਾਜਾ ਪੁਰੂਰਵਸ ਨੂੰ ਦਿਲੋਂ ਨਹੀਂ ਸੀ ਕੱਢ ਸਕੀ, ਇਸ ਲਈ ਉਹ ਮੁਸ਼ਕਿਲ ਵਿੱਚ ਫਸ ਗਈ। ਅਮਰਾਵਤੀ ਵਾਪਸ ਪਹੁੰਚ ਕੇ ਉਹਨੂੰ ਰਿਸ਼ੀ ਪਰਤ ਦੇ ਨਾਟਕ ਵਿੱਚ ਕੰਮ ਕਰਦਿਆਂ ਜਦੋਂ ਆਪਣਾ ਪਾਠ ਭੁੱਲ ਗਿਆ। ਇਸ ਤੇ ਰਿਸ਼ੀ ਪਰਤ ਨੇ ਉਹਨੂੰ ਸ਼ਰਾਪ ਦੇ ਦਿੱਤਾ ਕਿ ਜਿੱਦਾਂ ਤੂੰ ਆਪਣਾ ਪਾਠ ਭੁੱਲ ਗਈ ਹੈ, ਇਸੇ ਤਰ੍ਹਾਂ ਤੈਨੂੰ ਸਾਰੇ ਸਵਰਗ ਨਿਵਾਸੀ ਭੁੱਲ ਜਾਣਗੇ। ਰਿਸ਼ੀ ਨੇ ਉਹਨੂੰ ਸਵਰਗ ਵਿੱਚੋਂ ਵੀ ਕੱਢ ਦੇਣਾ ਸੀ, ਪਰ ਦੇਵਤਾ ਇੰਦਰ ਨੂੰ ਉਹਦੇ ਤੇ ਤਰਸ ਆ ਗਿਆ। ਜਦੋਂ ਨਾਟਕ ਮੁੱਕ ਗਿਆ, ਉਹਨੇ ਉਰਵਸ਼ੀ ਨੂੰ ਬੜੀ ਸ਼ਰਮਿੰਦੀ ਤੇ ਘਬਰਾਈ ਹੋਈ ਇੱਕ ਪਾਸੇ ਖੜਿਆਂ ਵੇਖਿਆ। ਉਹਨੇ ਉਹਦੀ ਸਜ਼ਾ ਘੱਟ ਕਰ ਦਿੱਤੀ ਕਿਉਂਕਿ ਰਿਸ਼ੀ ਨੇ ਉਹਨੂੰ ਸ਼ਰਾਪ ਦਿੱਤਾ ਸੀ, ਇਸ ਲਈ ਉਹਨੂੰ ਸਵਰਗ ਤੋਂ ਤਾਂ ਜ਼ਰੂਰ ਜਾਣਾ ਪੈਣਾ ਹੀ ਸੀ। ਇਸ ਲਈ ਉਹਨੇ ਕਿਹਾ, ਇਹ ਦੇਸ਼ ਨਿਕਾਲਾ ਸਦਾ ਨਹੀਂ ਰਹੇਗਾ। ਉਰਵਸ਼ੀ ਰਾਜਾ ਪੁਰੂਰਵਸ ਕੋਲ ਜਾਏ ਤੇ ਜਦੋਂ ਉਹਦੇ ਲੜਕੇ ਦਾ ਜਨਮ ਹੋਏ ਤਾਂ ਫਿਰ ਉਹ ਵਾਪਸ ਅਮਰਾਵਤੀ ਨੂੰ ਮੁੜ ਆਏ। ਇਸ ਸਮੇਂ ਰਾਜਾ ਪੁਰੂਰਵਸ ਫਿਰ ਉਰਵਸ਼ੀ ਦੀ ਯਾਦ ਵਿੱਚ ਗਵਾਚਾ ਪਲ ਪਲ ਗਿਣ ਕੇ ਸਮਾਂ ਕੱਟ ਰਿਹਾ ਸੀ। ਇੱਕ ਦਿਨ ਉਹ ਫਿਰ ਆਪਣੇ ਮਿੱਤਰ ਮਾਨਵਕ ਨਾਲ ਟਹਿਲ ਰਿਹਾ ਸੀ ਤੇ ਉਹਦੇ ਕੰਨ ਵਿੱਚ ਆਪਣੇ ਦੁਖੜੇ ਫੋਲ ਰਿਹਾ ਸੀ ਕਿ ਅਚਾਨਕ ਉਹਦੀ ਸੱਜੀ ਬਾਂਹ ਫੜਕੀ। ਇਹ ਇੱਕ ਸ਼ੁਭ ਸਗਨ ਸੀ। ਉਸੇ ਵੇਲੇ ਚਿੱਤਰਲੇਖਾ ਤੇ ਉਰਵਸ਼ੀ ਦੋਵੇਂ ਪ੍ਰਿਥਵੀ ਤੇ ਉਤਰੀਆਂ। ਕੁਝ ਚਿਰ ਤਾਂ ਪੁਰੂਰਵਸ ਦਾ ਦੁੱਖ ਸੁਣਦੀਆਂ ਰਹੀਆਂ, ਫਿਰ ਹੌਲੀ ਜਿਹੀ ਪੁਰੂਰਵਸ ਦੇ ਪਿੱਛੇ ਖੜੋ ਕੇ ਉਰਵਸ਼ੀ ਨੇ ਉਹਦੀਆਂ ਅੱਖਾਂ ਨਾਲ ਹੱਥਾਂ ਨਾਲ ਬੰਦ ਕਰਦਿਆਂ ਆਖਿਆ, ਭਲਾ ਬੁੱਝੋ ਕੌਣ ਹੈ? ਰਾਜੇ ਨੇ ਕੂਲੇ ਮਹਿਕਦੇ ਹੱਥਾਂ ਨੂੰ ਪਛਾਣ ਲਿਆ ਤੇ ਖੁਸ਼ੀ ਨਾਲ ਆਪਣੇ ਆਪ ਵਿੱਚ ਨਾ ਸਮਾ ਸਕਿਆ। ਉਹ ਹੱਸਦਿਆਂ ਕਹਿਣ ਲੱਗਾ, ਪਿਆਰੀ ਉਰਵਸ਼ੀ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ? ਫਿਰ ਪੁਰੂਰਵਸ ਉਹਨੂੰ ਆਪਣੇ ਨਾਲ ਗੰਧ ਮਦਨ ਬਨ ਵਿੱਚ ਲੈ ਗਿਆ, ਜਿੱਥੇ ਉਹਦਾ ਬੜਾ ਸੁੰਦਰ ਮਹਲ ਸੀ। ਉੱਥੇ ਦੋਵੇਂ ਕਈ ਸਾਲ ਪਰ ਬੜੀ ਖੁਸ਼ੀ ਨਾਲ ਰਹੇ। ਇੱਕ ਦਿਨ ਜਦ ਦੋਵੇਂ ਇੱਕ ਝੀਲ ਦੇ ਕਿਨਾਰੇ ਟਹਿਲ ਰਹੇ ਸਨ, ਇੱਕ ਜਲ ਪਰੀ ਜਿਸ ਦਾ ਨਾਂ ਮਲਦਾਕਿਨੀ ਸੀ ਪਾਣੀ ਦੇ ਤਲ ਤੇ ਖੇਡ ਰਹੀ ਸੀ। ਪਲ ਭਰ ਲਈ ਰਾਜਾ ਪੁਰੂਰਵਸ ਦਾ ਧਿਆਨ ਉਹਦੇ ਵੱਲ ਖਿੱਚਿਆ ਗਿਆ। ਇਹ ਵੇਖਦਿਆਂ ਹੀ ਉਰਵਸ਼ੀ ਤਾਂ ਈਰਖਾ ਨਾਲ ਸੜਬਲ ਗਈ ਤੇ ਉਹ ਪੁਰੂਰਵਸ ਨੂੰ ਛੱਡ ਕੇ ਆਪਣੇ ਗੁੱਸੇ ਤੇ ਦੁੱਖ ਨੂੰ ਲੁਕਾਉਣ ਲਈ ਲਾਗੇ ਹੀ ਝਾੜੀਆਂ ਦੇ ਇੱਕ ਜੰਗਲ ਵਿੱਚ ਭੱਜ ਗਈ। ਕਿਸੇ ਸਮੇਂ ਬਨ ਦੇ ਇਸ ਹਿੱਸੇ ਵਿੱਚ ਸ਼ਿਵਜੀ ਮਹਾਰਾਜ ਦਾ ਲੜਕਾ ਕਾਰਤਿਕਿਆ ਸੰਨਿਆਸੀ ਦੇ ਰੂਪ ਵਿੱਚ ਆਪਣੇ ਆਸ਼ਰਮ ਵਿੱਚ ਰਹਿੰਦਾ ਸੀ। ਆਪਣੇ ਆਪ ਨੂੰ ਇਸਤਰੀਆਂ ਦੇ ਜਾਲ ਤੋਂ ਬਚਾਉਣ ਲਈ ਉਹਨੇ ਉਸ ਥਾਂ ਨੂੰ ਸਰਾਪ ਦਿੱਤਾ ਹੋਇਆ ਸੀ ਕਿ ਜਿਹੜੀ ਵੀ ਇਸਤਰੀ ਇਸ ਆਸ਼ਰਮ ਦੇ ਨੇੜੇ ਤੇੜੇ ਆਵੇਗੀ ਉਹ ਜਾਂ ਤਾਂ ਰੁੱਖ ਬਣ ਜਾਏਗੀ ਜਾਂ ਕੋਈ ਵੇਲ। ਕਾਰਤਿਕਿਆ ਉੱਥੇ ਨਹੀਂ ਸੀ ਰਹਿੰਦਾ, ਪਰ ਉਹਦਾ ਦਿੱਤਾ ਹੋਇਆ ਸਰਾਪ ਕਾਇਮ ਸੀ। ਇਸ ਲਈ ਜਿਉਂ ਹੀ ਉਰਵਸ਼ੀ ਉਸ ਜੰਗਲ ਵਿੱਚ ਗਈ, ਉਹਨੂੰ ਇੰਜ ਲੱਗਾ ਕਿ ਉਹਦੇ ਪੈਰ ਜ਼ਮੀਨ ਨਾਲ ਜੁੜ ਗਏ ਹਨ। ਪਲ ਵਿੱਚ ਹੀ ਉਹਦਾ ਸੁੰਦਰ ਸਰੀਰ
ਰੁੱਖ ਨਾਲ ਲੱਗੀ ਇੱਕ ਵੇਲ ਬਣ ਗਿਆ। ਪੁਰੂਰਵਸ ਵੀ ਉਰਵਸ਼ੀ ਦੇ ਮਗਰ ਮਗਰ ਭੱਜਿਆ ਸੀ। ਉਹਦਾ ਖਿਆਲ ਸੀ ਕਿ ਭੱਜ ਕੇ ਉਰਵਸ਼ੀ ਨੂੰ ਫੜ ਲਏਗਾ ਤੇ ਉਹਨੂੰ ਮਨਾ ਲਵੇਗਾ। ਉਹਨੇ ਸਾਰਾ ਜੰਗਲ ਫੋਲ ਮਾਰਿਆ ਪਰ ਉਰਵਸ਼ੀ ਉਸਨੂੰ ਕਿੱਧਰੋਂ ਨਾ ਲੱਭੀ। ਉਹ ਬੜਾ ਦੁਖੀ ਹੋਇਆ। ਬੰਨ ਦੇ ਪੰਖੇਰੂ, ਰੁੱਖ ਜਾਂ ਬੱਦਲ ਜੋ ਵੀ ਉਸਨੂੰ ਮਿਲਦਾ ਉਹਨੂੰ ਉਰਵਸ਼ੀ ਨੂੰ ਲੱਭਣ ਦੀ ਮਦਦ ਲਈ ਬੇਨਤੀ ਕਰਦਾ। ਇਸ ਤਰ੍ਹਾਂ ਜਦੋਂ ਉਰਵਸ਼ੀ ਦੀ ਭਾਲ ਵਿੱਚ ਪਿਆ ਫਿਰਦਾ ਸੀ, ਉਹਨੇ ਇੱਕ ਵੱਡਾ ਸਾਰਾ ਲਾਲ ਹੀਰਾ ਜ਼ਮੀਨ ਤੇ ਡਿੱਗਿਆ ਹੋਇਆ ਵੇਖਿਆ। ਇਹ ਕੋਈ ਆਮ ਲਾਲ ਨਹੀਂ ਸੀ, ਇਹ ਸ਼ਿਵਜੀ ਮਹਾਰਾਜ ਦੀ ਪਤਨੀ ਪਾਰਵਤੀ ਦੇ ਚਰਨਾਂ ਵਿੱਚੋਂ ਨਿਕਲਿਆ ਹੋਇਆ ਸੀ। ਇਸ ਹੀਰੇ ਵਿੱਚ ਸ਼ਕਤੀ ਸੀ ਕਿ ਉਹ ਉਰਵਸ਼ੀ ਨੂੰ ਫੇਰ ਵੇਲ ਤੋਂ ਇਸਤਰੀ ਬਣਾ ਦੇਵੇ। ਇੰਦਰ ਨੇ ਆਕਾਸ਼ ਵਿੱਚੋਂ ਪੁਰੂਰਵਸ ਦੇ ਦੁੱਖ ਨੂੰ ਵੇਖਿਆ ਸੀ ਤੇ ਉਹਨੇ ਹੀ ਉਹਨੂੰ ਲਾਲ ਹੀਰੇ ਵੱਲ ਖਿੱਚ ਕੇ ਲਿਆਂਦਾ ਸੀ। ਪੁਰੂਰਵਸ ਆਪਣੇ ਦੁੱਖ ਵਿੱਚ ਗਵਾਚਾ ਸ਼ਾਇਦ ਉਸ ਲਾਲ ਵੱਲ ਧਿਆਨ ਵੀ ਨਾ ਦਿੰਦਾ, ਪਰ ਜਦੋਂ ਉਹ ਹੀਰੇ ਦੇ ਕੋਲੋਂ ਲੰਘ ਰਿਹਾ ਸੀ ਤਾਂ ਉਹਨੂੰ ਉੱਤੋਂ ਇੱਕ ਆਵਾਜ਼ ਆਈ, ਹੇ ਰਾਜਨ, ਇਸ ਲਾਲ ਨੂੰ ਚੁੱਕ ਲੈ, ਇਸੇ ਨੂੰ ਹੱਥ ਵਿੱਚ ਲੈ ਕੇ ਤੂੰ ਆਪਣੀ ਰਾਣੀ ਨੂੰ ਲੱਭ ਲਵੇਂਗਾ। ਪੁਰੂਰਵਸ ਇਸ ਆਕਾਸ਼ਬਾਣੀ ਨੂੰ ਸੁਣ ਕੇ ਬੜਾ ਹੈਰਾਨ ਹੋਇਆ। ਉਹਨੇ ਲਾਲ ਨੂੰ ਚੁੱਕ ਲਿਆ, ਉਸ ਵੇਲ ਨਾਲ ਕਿਸਰਦਾ ਹੋਇਆ ਲੰਘਿਆ ਜਿਹੜੀ ਕਿਸੇ ਵੇਲੇ ਉਰਵਸ਼ੀ ਹੁੰਦੀ ਸੀ। ਝੱਟ ਹੀ ਰਾਜਾ ਦੇ ਸਾਹਮਣੇ ਉਹ ਵੇਲ ਗਾਇਬ ਹੋ ਗਈ ਤੇ ਉਰਵਸ਼ੀ ਉੱਥੇ ਆ ਖੜੀ ਹੋਈ। ਦੋਹਾਂ ਨੇ ਇੱਕ ਦੂਜੇ ਨੂੰ ਗੱਲ ਨਾਲ ਲਾਇਆ। ਉਰਵਸ਼ੀ ਨੇ ਸਾਰਾ ਹਾਲ ਕਹਿ ਸੁਣਾਇਆ ਜੋ ਉਸ ਨਾਲ ਵਾਪਰਿਆ ਸੀ। ਦੋਵੇਂ ਖੁਸ਼ੀ-ਖੁਸ਼ੀ ਇੱਕ ਬੱਦਲ ਤੇ ਬੈਠ ਕੇ, ਜਿਹੜਾ ਇੰਦਰ ਨੇ ਇਹਨਾਂ ਲਈ ਘੱਲਿਆ ਸੀ, ਵਾਪਸ ਪ੍ਰਤਿਸ਼ਠਾਨ ਦੇ ਰਾਜ ਮਹੱਲ ਵਿੱਚ ਪਹੁੰਚੇ। ਉਹਨਾਂ ਨੂੰ ਪ੍ਰਤਿਸ਼ਠਾਨ ਨਗਰੀ ਵਿੱਚ ਆਇਆ ਹਜੇ ਵਰ੍ਹਾ 2 ਵਰ੍ਹੇ ਹੀ ਹੋਏ ਸਨ ਕਿ ਰਾਜਾ ਪੁਰੂਰਵਸ ਦਾ ਬੜਾ ਭਾਰੀ ਨੁਕਸਾਨ ਹੋ ਗਿਆ। ਉਹਨੇ ਉਸ ਲਾਲ ਹੀਰੇ ਨੂੰ ਬੜੀ ਸਾਂਭ ਨਾਲ ਕੇਲੇ ਦੇ ਪੱਤੇ ਵਿੱਚ ਲਪੇਟ ਕੇ ਤੇ ਆਪਣੀ ਰਾਣੀ ਦੇ ਕੱਪੜਿਆਂ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ। ਬਦਕਿਸਮਤੀ ਨਾਲ ਇੱਕ ਦਿਨ ਜਦੋਂ ਰਾਣੀ ਦੀਆਂ ਦਾਸੀਆਂ ਉਹਦੇ ਕੱਪੜੇ ਕੱਢ ਰਹੀਆਂ ਸਨ ਤਾਂ ਇੱਕ ਇੱਲ ਨੇ ਉਹ ਲਾਲ ਵੇਖ ਲਿਆ। ਉਹ ਉਸ ਹੀਰੇ ਨੂੰ ਮਾਸ ਦਾ ਟੁਕੜਾ ਸਮਝ ਕੇ ਚਪਟੀ ਤੇ ਚੁੱਕ ਕੇ ਲੈ ਗਈ। ਛੇਤੀ ਹੀ ਉਹ ਇੱਲ ਰਾਜਾ ਪੁਰੂਰਵਸ ਦੇ ਤੀਰਾਂ ਦੀ ਮਾਰ ਤੋਂ ਦੂਰ ਨਿਕਲ ਗਈ। ਰਾਜਾ ਬੜਾ ਨਿਰਾਸ਼ ਅਤੇ ਦੁਖੀ ਹੋਇਆ। ਲਾਲ ਆਪਣੇ ਹੱਥੋਂ ਨਿਕਲ ਜਾਣ ਤੇ ਉਹ ਸੋਗ ਮਨਾ ਰਿਹਾ ਸੀ ਕਿ ਇੱਕ ਨੌਕਰ ਉਹਦੇ ਵੱਲ ਭੱਜਾ ਆਇਆ। ਉਹਦੇ ਹੱਥ ਵਿੱਚ ਇੱਕ ਤੀਰ ਅਤੇ ਉਹ ਲਾਲ ਸੀ। ਕਿਸੇ ਆਦਮੀ ਨੇ ਉਸ ਇੱਲ ਨੂੰ ਤੀਰ ਦਾ ਨਿਸ਼ਾਨਾ ਬਣਾ ਕੇ ਥੱਲੇ ਸੁੱਟ ਲਿਆ ਸੀ। ਰਾਜੇ ਨੇ ਬੜੀ ਹੈਰਾਨੀ ਨਾਲ ਪੁੱਛਿਆ, ਇਤਨੀ ਦੂਰੋਂ ਤੀਰ ਨਾਲ ਇੱਲ ਨੂੰ ਮਾਰ ਗਿਰਾਉਣ ਵਾਲਾ ਕੌਣ ਹੋ ਸਕਦਾ ਹੈ? ਨੌਕਰ ਨੇ ਉੱਤਰ ਦਿੱਤਾ, ਮਹਾਰਾਜ, ਇਸ ਬਾਰੇ ਮੈਨੂੰ ਤਾਂ ਪਤਾ ਨਹੀਂ, ਪਰ ਤੀਰ ਤੇ ਕੁਝ ਉਕਰਿਆ ਜ਼ਰੂਰ ਹੋਇਆ ਹੈ। ਮੈਂ ਤਾਂ ਪੜਿਆ ਹੋਇਆ ਨਹੀਂ। ਰਾਜੇ ਨੇ ਬੜੇ ਧਿਆਨ ਨਾਲ ਪੜਿਆ ਤੇ ਕਿਹਾ, ਹੈ ਇਸ ਦਾ ਭਾਵ ਇਹ ਤੀਰ ਤੇ ਲਿਖਿਆ ਹੋਇਆ ਹੈ ਤੀਰ ਉਰਵਸ਼ੀ ਤੇ ਪੁਰੂਰਵਸ ਦੇ ਲੜਕੇ ਵੀਰ ਆਯੂਸ਼ ਦਾ ਹੈ। ਇਹ ਕਿੱਦਾਂ ਹੋ ਸਕਦਾ ਹੈ? ਜੇ ਉਰਵਸ਼ੀ ਨੇ ਲੜਕੇ ਨੂੰ ਜਨਮ ਦਿੱਤਾ ਸੀ ਤਾਂ ਉਹਨੇ ਮੇਰੇ ਕੋਲੋਂ ਕਿਉਂ ਲੁਕਾਇਆ? ਉਸੇ ਵੇਲੇ ਹੀ ਇੱਕ ਨੌਕਰ ਨੇ ਆਣ ਕੇ ਬੇਨਤੀ ਕੀਤੀ ਕਿ ਇੱਕ ਸਾਧੂ ਇਸਤਰੀ ਅਤੇ ਸੁੰਦਰ ਸਜੀਲਾ ਜਵਾਨ ਲੜਕਾ ਅੰਦਰ ਆਉਣਾ ਚਾਹੁੰਦੇ ਹਨ। ਰਾਜੇ ਨੇ ਉਹਨਾਂ ਨੂੰ ਅੰਦਰ ਆਉਣ ਦੀ ਆਗਿਆ ਦਿੱਤੀ। ਜਦੋਂ ਅੰਦਰ ਆ ਪਹੁੰਚੇ ਤਾਂ ਉਹਨੇ ਆਉਣ ਵਾਲਿਆਂ ਨੂੰ ਪੁੱਛਿਆ, ਕਿਉਂ ਤੁਸੀਂ ਇੱਥੇ ਕਿੱਦਾਂ ਆਏ ਹੋ? ਉਸ ਸਾਧੂ ਇਸਤਰੀ ਨੇ ਬੜੀ ਪਿਆਰ ਭਰੀ ਬੋਲੀ ਵਿੱਚ ਉੱਤਰ ਦਿੱਤਾ, ਮਹਾਰਾਜ ਸੁਣੋ, ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਹਾਂ। ਮੈਂ ਮਹਾਰਿਸ਼ੀ ਚਾਵਨ ਦੀ ਸੇਵਿਕਾ ਹਾਂ। 15 ਸਾਲ ਹੋਏ ਉਰਵਸ਼ੀ ਨੇ ਮੈਨੂੰ ਇਹ ਲੜਕਾ ਦਿੱਤਾ ਸੀ ਜਦੋਂ ਛੋਟਾ ਜਿਹਾ ਬੱਚਾ ਸੀ। ਉਸਨੇ ਕਿਹਾ ਸੀ ਕਿ ਮੈਂ ਇਹਨੂੰ ਤੁਹਾਨੂੰ ਪਤਾ ਲੱਗੇ ਬਿਨਾਂ ਪਾਲਦੀ ਰਹਾਂ। ਮੈਂ ਇਹਨੂੰ ਬੜੇ ਪਿਆਰ ਨਾਲ ਪਾਲਿਆ ਤੇ ਚਾਵਨ ਨੇ ਇਹਨੂੰ ਉਹ ਸਭ ਕੁਝ ਜੋ ਉਹਨੂੰ ਆਪਣੇ ਆਪ ਨੂੰ ਆਉਂਦਾ ਸੀ ਸਿਖਾਇਆ ਹੈ। ਹੁਣ ਇਹਨੇ ਵਾਪਸ ਜਾਣਾ ਹੈ। ਅੱਜ ਇਹਨੇ ਤੀਰ ਨਾਲ ਇੱਕ ਇੱਲ ਮਾਰ ਦਿੱਤੀ ਹੈ ਕਿਉਂਕਿ ਇਹਨੇ ਇੱਕ ਜਾਨ ਲਈ ਹੈ, ਇਸ ਲਈ ਚਾਵਨ ਇਹਨੂੰ ਆਪਣੇ ਸੰਨਿਆਸ ਆਸ਼ਰਮ ਵਿੱਚ ਹੋਰ ਠਹਿਰਨ ਦੀ ਆਗਿਆ ਨਹੀਂ ਦਿੰਦੇ। ਤੁਸੀਂ ਇਸ ਲੜਕੇ ਨੂੰ ਲੈ ਲਵੋ, ਇਹ ਤੁਹਾਡਾ ਪੁੱਤਰ ਹੈ। ਰਾਜੇ ਨੇ ਹੈਰਾਨ ਹੋ ਕੇ ਆਖਿਆ, ਉਰਵਸ਼ੀ ਨੂੰ ਸੱਦੋ। ਆਯੂਸ਼, ਆ ਬੇਟਾ ਮੇਰੇ ਪਾਸ ਆ। ਲੜਕਾ ਸ਼ਰਮਾਂਦਾ ਹੋਇਆ ਪਿਤਾ ਵੱਲ ਵਧਿਆ ਤੇ ਉਹਦੇ ਚਰਨਾਂ ਤੇ ਡਿੱਗ ਪਿਆ। ਰਾਜੇ ਨੇ ਉਹਨੂੰ ਚੁੱਕਿਆ, ਪਿਆਰ ਦਿੱਤਾ ਤੇ ਫਿਰ ਆਪਣੇ ਪਾਸ ਹੀ ਬਿਠਾ ਲਿਆ। ਜਦੋਂ ਉਰਵਸ਼ੀ ਆਈ ਤਾਂ ਉਸਨੇ ਆਪਣੇ ਪੁੱਤਰ ਨੂੰ ਪੁਰੂਰਵਸ ਦੇ ਪਾਸ ਵੇਖਦਿਆਂ ਹੀ ਗਲ ਨਾਲ ਲਾ ਲਿਆ ਤੇ ਉਹਦੀਆਂ ਅੱਖਾਂ ਵਿੱਚ ਅਥਰੂਆਂ ਦੀ ਝੜੀ ਲੱਗ ਗਈ। ਰਾਜੇ ਨੇ ਚਿੰਤਾਤੁਰ ਹੋ ਕੇ ਪੁੱਛਿਆ, ਕਿਉਂ, ਕੀ ਗੱਲ ਏ? ਜਦ ਤੈਨੂੰ ਪੁੱਤਰ ਮਿਲ ਗਿਆ ਹੈ ਤਾਂ ਇਹ ਰੋਣਾ ਕਿਸ ਗੱਲ ਦਾ? ਉਰਵਸ਼ੀ ਨੇ ਉੱਤਰ ਦਿੱਤਾ, ਮੈਂ ਇਸ ਬਾਰੇ ਨਹੀਂ ਰੋਈ। ਮੈਂ ਰੋਈ ਹਾਂ ਕਿ ਪੁੱਤਰ ਨੂੰ ਪ੍ਰਾਪਤ ਕਰਕੇ ਮੈਂ ਦੋਹਾਂ ਕੋਲੋਂ ਵਿਛੜ ਜਾਣਾ ਹੈ, ਇਹਦੇ ਕੋਲੋਂ ਵੀ ਤੇ ਤੁਹਾਡੇ ਕੋਲੋਂ ਵੀ। ਜਦੋਂ ਇੰਦਰ ਨੇ ਮੈਨੂੰ ਅਮਰਾਵਤੀ ਵਿੱਚੋਂ ਕੱਢਿਆ ਸੀ, ਉਹਨੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਓਨਾ ਚਿਰ ਰਵਾਂ ਜਿੰਨਾ ਚਿਰ ਤੁਸੀਂ ਇਸ ਲੜਕੇ ਨੂੰ ਨਾ ਵੇਖ ਲਵੋ। ਇਸ ਨੂੰ ਮੈਂ ਜਨਮ ਦਿੱਤਾ ਹੈ। ਮੈਨੂੰ ਹੁਣ ਅਮਰਾਵਤੀ ਵਾਪਸ ਜਾਣਾ ਪਵੇਗਾ। ਕਿਸੇ ਕਾਰਨ ਮੈਂ ਲੜਕੇ ਨੂੰ ਰਿਸ਼ੀ ਚਾਵਨ ਦੇ ਆਸ਼ਰਮ ਵਿੱਚ ਲੁਕਾ ਛੱਡਿਆ ਸੀ ਤੇ ਇਸੇ ਕਾਰਨ ਹੀ ਹੁਣ ਮੈਂ ਰੋ ਰਹੀ ਹਾਂ। ਰਾਜਾ ਪੁਰੂਰਵਸ ਨੇ ਬੜਾ ਉਦਾਸ ਹੋ ਕੇ ਕਿਹਾ, ਜੇ ਤੂੰ ਮੈਨੂੰ ਛੱਡ ਕੇ ਚਲੀ ਜਾਏਂਗੀ ਤਾਂ ਮੇਰਾ ਵੀ ਇੱਥੇ ਜੀ ਨਹੀਂ ਲੱਗਣਾ। ਮੈਂ ਰਾਜਪਾਟ ਆਯੂਸ਼ ਦੇ ਹਵਾਲੇ ਕਰਕੇ ਸੰਨਿਆਸ ਧਾਰਨ ਕਰ ਲਵਾਂਗਾ ਤੇ ਬਨਾਂ ਨੂੰ ਚਲਾ ਜਾਵਾਂਗਾ। ਉਹ ਆਪਣਾ ਰਾਜਪਾਟ ਤਿਆਗਣ ਹੀ ਵਾਲਾ ਸੀ ਕਿ ਅਚਾਨਕ ਆਕਾਸ਼ ਵਿੱਚ ਬੜਾ ਚਾਨਣ ਹੋਇਆ ਤੇ ਨਾਰਦ ਬੜੀ ਸੱਜ ਧੱਜ ਨਾਲ ਉਹਨਾਂ ਦੇ ਸਾਹਮਣੇ ਆਕਾਸ਼ ਤੋਂ ਉਤਰਿਆ। ਸਾਰੇ ਉਹਦੇ ਸਨਮਾਨ ਵਿੱਚ ਉੱਠ ਖੜੇ ਹੋਏ। ਰਾਜੇ ਨੇ ਪੁੱਛਿਆ, ਤੁਸੀਂ ਇਤਨੀ ਕਾਲ ਵਿੱਚ ਆਉਣ ਦੀ ਕਿਉਂ ਖੇਚਲ ਕੀਤੀ ਹੈ? ਨਾਰਦ ਨੇ ਉੱਤਰ ਦਿੱਤਾ, ਈਸ਼ਵਰ ਕਰੇ ਤੁਹਾਡੀ ਉਮਰ ਲੰਮੀ ਹੋਵੇ। ਮੈਂ ਇੰਦਰ ਦਾ ਦੂਤ ਬਣ ਕੇ ਆਇਆ ਵਾਂ। ਉਹਨੇ ਉਰਵਸ਼ੀ ਨੂੰ ਆਗਿਆ ਕੀਤੀ ਸੀ ਕਿ ਜਿਸ ਦਿਨ ਤੁਸੀਂ ਉਸਦੇ ਪੁੱਤਰ ਨੂੰ ਵੇਖੋ ਉਹ ਵਾਪਸ ਅਮਰਾਵਤੀ ਨੂੰ ਆ ਜਾਵੇ, ਪਰ ਉਹਨੇ ਤੁਹਾਡਾ ਆਪਸ ਵਿੱਚ ਬੜਾ ਪਿਆਰ ਵੇਖਿਆ ਹੈ
ਤੇ ਉਹਨੇ ਹੁਣ ਆਗਿਆ ਕੀਤੀ ਹੈ ਕਿ ਜਿੰਨਾ ਚਿਰ ਤੁਸੀਂ ਜਿਉਂਦੇ ਰਹੋ ਉਰਵਸ਼ੀ ਤੁਹਾਡੇ ਕੋਲ ਰਹੇ। ਦੈਂਤ ਅਜੇ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਆਏ, ਹਾਲੇ ਇੰਦਰ ਨੂੰ ਤੁਹਾਡੇ ਬਲ ਦੀ ਲੋੜ ਪੈਣੀ ਹੈ। ਤੁਸੀਂ ਹਾਲੇ ਸੰਨਿਆਸ ਨਾ ਧਾਰੋ, ਆਯੂਸ਼ ਨੂੰ ਯੁਵਰਾਜ ਹੀ ਬਣਾ ਦਿਓ। ਜਦੋਂ ਨਾਰਦ ਇਹ ਗੱਲ ਕਰ ਰਿਹਾ ਸੀ ਤਾਂ ਰੰਭਾ, ਮੈਨਕਾ, ਚਿੱਤਰਲੇਖਾ ਤੇ ਹੋਰ ਅਪਛਰਾਵਾਂ ਆਕਾਸ਼ ਤੋਂ ਉਤਰੀਆਂ। ਉਹਨਾਂ ਪਾਸ ਸੋਨੇ ਦੇ ਕਰਮੰਡਲਾਂ ਵਿੱਚ ਗੰਗਾ ਜਲ ਸੀ ਤੇ ਰਾਜ ਸਿੰਘਾਸਨ ਸੀ ਜਿਹੜਾ ਉਹਨਾਂ ਨੇ ਰਾਜਾ ਪੁਰੂਰਵਸ ਤੋਂ ਥੋੜ੍ਹਾ ਨੀਵਾਂ ਰੱਖਿਆ ਹੋਇਆ ਸੀ। ਗੰਗਾ ਜਲ ਨਾਲ ਨਾਰਦ ਨੇ ਆਯੂਸ਼ ਨੂੰ ਆਪਣੇ ਪਿਤਾ ਦੀ ਰਾਜਗੱਦੀ ਦਾ ਹੱਕਦਾਰ ਬਣਾ ਦਿੱਤਾ। ਫਿਰ ਪੁਰੂਰਵਸ ਉਰਵਸ਼ੀ ਅਤੇ ਆਯੂਸ਼ ਨੂੰ ਉੱਥੇ ਛੱਡ ਕੇ ਸਾਰੇ ਸਵਰਗ ਦੇ ਰਹਿਣ ਵਾਲੇ ਨਰ ਨਾਰੀ ਨਾਰਦ ਨਾਲ ਇੰਦਰ ਦੀ ਰਾਜਧਾਨੀ ਅਮਰਾਵਤੀ ਨੂੰ ਵਾਪਸ ਚਲੇ ਗਏ।